ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ। ਬੇਸੁਮਾਰ ਅਥਾਹ ਅਗਣਤ ਅਤੁਲੇ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੈ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੈ ਮੇਰਾ। ਸਜਣ ਸਚਾ ਪਾਤਸ਼ਾਹ, ਸਿਰ ਸਾਹੰਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਸਰਬ ਸੁਖਾ ਕਾ ਦਾਤਾ ਸਤਿਗੁਰ, ਤਾਕੀ ਸਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਸਰਬ ਸੁਖਾ ਕਾ ਦਾਤਾ ਸਤਿਗੁਰ, ਤਾਕੀ ਸਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਹਰ ਰਸ ਪੀਵੋ ਭਾਈ, ਨਾਮ ਜਪੋ ਨਾਮ ਆਰਾਧੋ। ਗੁਰ ਪੂਰੇ ਕੀ ਸਰਨਾਈ, ਰਹਾਓ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ। ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ। ਨਾਮ ਰਹਾ ਲਿਵ ਲਾਈ, ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ।
ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਮ ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤਿਗੁਰੂ ਜੀ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸਭ ਸੰਗਤਾਂ ਨੂੰ ਰਹਿਮਤ ਕਰਕੇ ਬਖਸ਼ਿਸ਼ ਕਰਕੇ ਰੂਹਾਨੀਅਤ ਦੇ ਕੇਂਦਰ ਸਮੁੱਚੀ ਮਨੁੱਖਤਾ ਦੇ ਕਲਿਆਣ ਕਰਤਾ ਸਥਾਨ ਸਰਬ ਸਾਂਝੀਵਾਲਤਾ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਡਿਠੈ ਸਭੈ ਥਾਵ ਨਹੀਂ ਤੁਧ ਜਿਹਾ, ਬਦਹ ਪੁਰਖ ਵਧਾਤੇ ਤਾ ਤੂ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਐਸੇ ਪਾਵਨ ਪਵਿੱਤਰ ਸਥਾਨ ਤੇ ਆਪ ਜੀ ਦਰਸ਼ਨ ਦੀਦਾਰੇ ਕਰਕੇ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਮਹਾਨ ਬਖਸ਼ਿਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬ ਜੀਵਾਂ ਦੀ ਕਲਿਆਣਤਾ ਵਾਸਤੇ ਜੋ ਰੱਬੀ ਹੁਕਮ ਮੁੱਖ ਵਾਕ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਨੇ, ਉਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਜੀਆਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹੋ, ਜਿੱਥੇ ਬੇਅੰਤ ਸੰਗਤਾਂ ਇਸ ਪਵਿੱਤਰ ਸਥਾਨ ਤੇ ਬੈਠ ਕਰਕੇ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਹੁਣ ਕਥਾ ਸਰਵਣ ਕਰਨ ਵਾਸਤੇ ਬੈਠੇ ਹੋ, ਉੱਥੇ ਦੇਸ਼ ਵਿਦੇਸ਼ ਦੀ ਧਰਤੀ ਤੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਗੁਰੂ ਕੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਨ ਵਾਸਤੇ ਬੇਅੰਤ ਸਰੋਤੇ ਜਨ ਗੁਰਸਿੱਖ ਮਾਈ ਭਾਈ ਆਪਣੇ ਘਰਾਂ ਵਿੱਚ ਬੈਠ ਕਰਕੇ ਵੀ ਲਾਹਾ ਲੈ ਰਹੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਮਹਾਨ ਬਖਸ਼ਿਸ਼ ਕਰਕੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ੀ ਹੈ, ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਤਿਕਾਰ ਭਾਵਨਾ ਦੇ ਸਾਹਿਤ ਗੁਰਬਾਣੀ ਵਿਚਾਰ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਕੇ ਲਾਹਾ ਲਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦਇਆ ਦੇ ਸਾਗਰ, ਗਿਆਨ ਦੇ ਭੰਡਾਰੇ, ਰਹਿਮਤਾਂ ਦੇ ਮੁਜੱਸਮੇ, ਐਸੇ ਦੀਨ ਦਿਆਲੂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਗੁਰਵਾਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ
630 ਤੇ ਸੁਭਾਏਮਾਨ ਹੈ ਜੀ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਕੀ ਸਰਨੀ ਪਾਈਐ। ਸਾਰੇ ਸੁੱਖਾਂ ਦੇ ਦਾਤੇ ਨੇ ਸਤਿਗੁਰੂ ਜੀ। ਇਸ ਕਰਕੇ ਸਾਰੇ ਸੁੱਖਾਂ ਦੇ ਦਾਤੇ ਸਤਿਗੁਰੂ ਨੇ, ਤੇ ਆਪਣੇ ਆਪ ਨੂੰ ਹੈ ਭਾਈ ਐਸੇ ਸਤਿਗੁਰੂ ਜੀਆਂ ਦੀ ਸ਼ਰਨ ਵਿੱਚ ਪਾਉਣਾ ਕਰ, ਭਾਵ ਰੱਖਣਾ ਕਰ। ਤੁਹਾਡੇ ਵਿੱਚੋਂ ਬੜੀ ਉਹ ਚੰਗੀ ਕਿਸਮਤ ਵਾਲੇ ਹੋਣਗੇ, ਭਾਗਸ਼ਾਲੀ ਇਨਸਾਨ ਹੋਣਗੇ, ਜਿਨ੍ਹਾਂ ਨੇ ਸਵੇਰ ਵੇਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਰੱਬੀ ਬੋਲ, ਮਹਿਮਾਮਈ ਬੋਲ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਰੂਪ ਵਿੱਚ ਪੜ੍ਹੇ ਨੇ। ਸ੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਹਰ ਇੱਕ ਮਾਈ ਭਾਈ ਗੁਰਸਿੱਖਾ ਗੁਰਮੁਖ ਪਿਆਰੇ ਨੂੰ ਸਾਧ ਸੰਗਤ ਜੀ ਯਾਦ ਹੋਣੀ ਚਾਹੀਦੀ ਹੈ, ਔਰ ਨੇਮ ਦੇ ਨਾਲ ਹਰ ਇੱਕ ਮਾਈ ਭਾਈ ਨੂੰ ਨਿਤਾ ਪ੍ਰਤੀ ਇਹ ਪਾਵਨ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਜੇ ਨਹੀਂ ਕਰ ਸਕਦੇ ਤੇ ਸਰਵਣ ਕਰਨਾ ਚਾਹੀਦਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਲਿਖਦੇ ਨੇ, ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨ ਕੀਨ, ਤੰਦੁਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਗੁਰੂ ਕਾ ਸਿੱਖ ਹੋ ਗਿਆ ਹੈ ਜਾਂ ਸਿੱਖਾਂ ਦੇ ਘਰ ਵਿੱਚ ਜਨਮ ਲੈ ਲਿਆ ਹੈ, ਲੇਕਿਨ ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਜਿਹੜੀ ਹੈ ਉਹ ਕੰਠ ਨਹੀਂ ਕੀਤੀ, ਯਾਦ ਨਹੀਂ ਕੀਤੀ। ਕਹਿੰਦੇ ਉਹ ਸਿੱਖ ਇਸ ਤਰ੍ਹਾਂ ਜਾਣਨਾ ਕਰੋ ਜਿਵੇਂ ਚਾਵਲਾਂ ਤੋਂ ਬਿਨਾਂ ਚਾਵਲਾਂ ਦੀ ਫੱਕ ਹੁੰਦੀ ਹੈ। ਤੰਦੁਲ ਨਾਮ ਚਾਵਲ ਦਾ ਹੈ, ਤੁਖ ਨਾਮ ਚਾਵਲਾਂ ਦੇ ਛਿਲਕੇ ਦਾ ਹੈ। ਜਪਜੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਤੋਂ ਬਿਨਾਂ ਸਿੱਖ ਦਾ ਜੀਵਨ ਐਸਾ ਹੈ। ਉਹ ਬੜੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸਵੇਰੇ ਇਹ ਬੋਲ ਪੜ੍ਹੇ ਹੋਣਗੇ ਦਾਤਾ ਜੀਆਂ ਦੇ। ਮਹਾਰਾਜ ਬਖਸ਼ਿਸ਼ ਕਰਕੇ ਕਹਿੰਦੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੀਵਨ ਕਾ ਦਾਤਾ ਏਕ ਹੈ, ਬੀਆ ਨਹੀਂ ਹੋਰ, ਨਾਨਕੀ ਬੇਨੰਤੀਆ ਤੇਰਾ ਮਨ ਜੋਰ। ਜਿੰਨੇ ਜੀਵ ਜੰਤੂ ਆ ਨਾ ਗੁਰੂ ਕੇ ਪਿਆਰਿਓ, ਕੀੜੀ ਤੋਂ ਲੈ ਕੇ ਹਾਥੀ ਤੱਕ ਸਮੇਤ ਮਨੁੱਖ ਦੇ, ਸਭ ਨੂੰ ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਸਰੂਪ ਸਤਿਗੁਰੂ ਜੀ ਨੇ। ਸਤਿਗੁਰੂ ਔਰ ਵਾਹਿਗੁਰੂ ਜੀਆਂ ਦੇ ਬਰਾਬਰ ਹੋਰ ਕੋਈ ਦਾਤਾਂ ਦੇਣ ਵਾਲਾ ਦਾਤਾ ਨਹੀਂ ਹੈ। ਇਸ ਕਰਕੇ ਹੈ ਭਾਈ, ਜਦ ਤੈਨੂੰ ਜ਼ਰੂਰਤ ਪੈਂਦੀ ਹੈ ਨਾ, ਤੂੰ ਦੁਨੀਆ ਦੇ ਆਸਰੇ ਪਰਨੇ ਛੱਡ ਕਰਕੇ ਇੱਕ ਦਾਤੇ ਦੇ ਚਰਨਾਂ ਦਾ ਆਸਰਾ ਲਿਆ ਕਰ। ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਦੇ ਹਾਂ, ਤੇ ਅਰਦਾਸ ਦੇ ਗੁਰੂ ਪਿਆਰਿਓ 4 ਅੱਖਰ ਨੇ, ਐੜਾ ਰਾਰਾ ਦੱਦੇ ਨੂੰ ਕੰਨਾ ਸੱਸਾ ਦਾਸ। ਇਹ ਚਾਰੋਂ ਅੱਖਰ ਬੜਾ ਸੋਹਣਾ ਸੰਕੇਤ ਦਿੰਦੇ ਨੇ। ਐੜਾ ਸੰਕੇਤ ਦਿੰਦਾ ਹੈ ਕਿ ਜਿਸ ਵਾਹਿਗੁਰੂ ਔਰ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਚਰਨਾਂ ਵਿੱਚ ਤੂੰ ਆਇਆ ਹੈ ਨਾ, ਇਹ ਸਤਿਗੁਰੂ ਤੇਰੇ ਦਿਲ ਦੀ ਬਾਤ ਨੂੰ ਜਾਣਦੇ ਨੇ। ਕਿਉਂਕਿ ਦੁਨੀਆ ਦੇ ਲੋਕ ਤਾਂ ਮੂੰਹ ਰਖਵੀਆਂ ਗੱਲਾਂ ਤੇ ਲੁਭਾਏਮਾਨ ਹੋ ਸਕਦੇ ਨੇ, ਧੋਖਾ ਖਾ ਸਕਦੇ ਨੇ, ਪਰ ਇਹ ਸਤਿਗੁਰੂ ਜੀ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਸਭ ਦੇ ਦਿਲ ਦੀਆਂ ਜਾਣਨ ਵਾਲੇ ਨੇ। ਅੱਗੇ ਰਾਰੇ ਅੱਖਰ ਨੇ ਬੜਾ ਪਿਆਰਾ ਸੰਕੇਤ ਦਿੱਤਾ ਕਿ ਭਾਈ, ਜਿੱਥੇ ਗੁਰੂ ਅੰਤਰਜਾਮੀ ਹੈ ਨਾ, ਔਖੇ ਸਤਿਗੁਰੂ ਰਾਖੇ ਵੀ ਨੇ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਜਿੱਥੇ ਸਤਿਗੁਰੂ ਜੀ ਅੰਤਰਜਾਮੀ ਨੇ, ਰਾਖੇ ਨੇ, ਉੱਥੇ ਤੈਨੂੰ ਕਿਤੇ ਕਿਸੇ ਦੁਨੀਆ ਦੇ ਪਦਾਰਥ ਦੀ ਲੋੜ ਪੈ ਜਾਵੇ, ਕੋਈ ਵਸਤੂ ਦੀ ਲੋੜ ਪੈ ਜਾਵੇ, ਕਿਸੇ ਕਵਰ ਮੜੀ ਮੱਟ ਜਾਂ ਦੇਵੀ ਦੇਵਤੇ ਦੇ ਪਾਸ ਮੰਗਣ ਵਾਸਤੇ ਨਾ ਜਾਵੀਂ, ਤੂੰ ਆਪਣੇ ਸਤਿਗੁਰੂ ਜੀ ਦੇ ਪਾਸ ਆਵੀਂ। ਕਿਉਂਕਿ ਦੱਦਾ ਦਾਤਾ ਏਕ ਹੈ,
ਸਭ ਕੋ ਦੇਵਨਹਾਰ, ਦਿਨ ਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਕਿੰਨੇ ਕੋ ਭੰਡਾਰੇ ਭਰੇ ਪਏ ਨੇ ਸਾਧ ਸੰਗਤ ਜੀ, ਇਹ ਖਤਮ ਹੋ ਹੀ ਨਹੀਂ ਸਕਦੇ। ਦੇਖੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਮਹਾਨ ਬਖਸ਼ਿਸ਼ ਕਰਕੇ 20 ਰੁਪਏ ਦੀ ਰਸਤ ਖਰੀਦ ਕਰਕੇ ਚੂੜਕਾਣੇ ਦੇ ਅਸਥਾਨ ਤੇ ਮਹਾਤਮਾ ਗੁਰਮੁਖ ਜਨਾਂ ਨੂੰ ਲੰਗਰ ਪ੍ਰਸ਼ਾਦ ਤਿਆਰ ਕਰਕੇ ਛਕਾਇਆ ਔਰ ਲੰਗਰ ਦੀ ਪ੍ਰਾਰੰਭਤਾ ਕੀਤੀ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਰਕਤ ਪਾਈ। ਅੱਜ ਤੱਕ ਸਾਧ ਸੰਗਤ ਜੀ ਅਸੰਖਾਂ ਕਰੋੜਾਂ ਅਣਗਿਣਤ ਜੀਵ ਹਨ ਜਿਹੜੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਆਪਣੇ ਪੇਟ ਦੀ ਪੂਰਤੀ ਕਰਦੇ ਪਏ ਨੇ। ਆ ਕਰੋਨਾ ਨਾਮ ਦੀ ਮਹਾਮਾਰੀ ਫੈਲੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਿੱਖਾਂ ਨੇ ਸੰਸਾਰ ਭਰ ਦੇ ਵਿੱਚ ਜਿੱਥੇ ਸਮੇਂ ਦੀਆਂ ਹਕੂਮਤਾਂ ਦੇ ਸਰਕਾਰਾਂ ਦੇ ਹੱਥ ਖੜੇ ਹੋ ਗਏ, ਜਿੱਥੇ ਸਾਧ ਸੰਗਤ ਜੀ ਸਿਹਤ ਮਹਿਕਮੇ ਵਾਲੇ ਵੀ ਜਾਣ ਤੋਂ ਹੱਥ ਖੜੇ ਕਰ ਗਏ, ਉੱਥੇ ਵੀ ਜਾ ਕੇ ਗੁਰੂ ਕੇ ਲੰਗਰ ਤਿਆਰ ਕਰਕੇ ਉਹਨਾਂ ਨੇ ਪਹੁੰਚਾਏ ਔਰ ਛਕਾਏ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਐਡੀ ਵੱਡੀ ਰਹਿਮਤ ਕੀਤੀ। ਅੱਜ ਤੱਕ ਕਿਸੇ ਬੰਨੇ ਕੋਈ ਘਾਟਾ ਹੈ ਹੀ ਨਹੀਂਗਾ। ਮੈਂ ਤਾਂ ਇਹ ਬੇਨਤੀ ਕਰਦਾ ਹੁੰਦਾ ਗੁਰੂ ਕੇ ਪਿਆਰਿਓ, ਗੁਰੂ ਕੇ ਲੰਗਰ ਦੀ ਪ੍ਰਾਰੰਭਤਾ ਕੋਈ ਇਨਸਾਨ ਭਾਵਨਾ ਦੇ ਨਾਲ ਕੁਝ ਦਾਲ ਕੁਝ ਪ੍ਰਸ਼ਾਦੇ ਤਿਆਰ ਕਰਕੇ ਕਰ ਦੇਵੇ ਨਾ, ਪਤਾ ਹੀ ਨਹੀਂਗਾ ਕਿ ਕਿਧਰੋਂ ਗੁਰੂ ਕੀਆਂ ਸੰਗਤਾਂ ਰਸਤਾਂ ਬਸਤਾਂ ਦੇ ਭੰਡਾਰ ਭਰ ਦਿੰਦੀਆਂ ਨੇ, ਅੰਬਾਰ ਲਾ ਦਿੰਦੀਆਂ ਨੇ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਐਸੇ ਦਾਤੇ ਹਨ ਲੋਕ ਅਤੇ ਪਰਲੋਕ ਦੇ ਸਤਿਗੁਰੂ ਜੀ। ਫਿਰ ਜਦੋਂ ਤੋਂ ਜੀਵ ਪੈਦਾ ਕੀਤੇ ਨੇ 84 ਲੱਖ ਜੋਨ ਉਪਾਈ, ਰਿਜਕ ਦਿਆ ਸਭ ਹੂੰ ਕੋ ਤਦ ਕਾ। ਕਹਿੰਦੇ ਜਦੋਂ ਤੋਂ ਨਿਰੰਕਾਰ ਨੇ 84 ਲੱਖ ਜੀਵ ਜੰਤੂ ਪੈਦਾ ਕੀਤੇ ਆ ਨਾ, ਉਦੋਂ ਤੋਂ ਲੈ ਕੇ ਅੱਜ ਤੱਕ ਹਰ ਇੱਕ ਜੀਵ ਨੂੰ ਵਾਹਿਗੁਰੂ ਜੀ ਰੋਜੀ ਦਿੰਦੇ ਪਏ ਨੇ। ਮਨੁੱਖ ਨੂੰ ਸਮਝਾਉਂਦਿਆਂ ਹੋਇਆ ਪੰਜਵੇਂ ਸਰੂਪ ਦੇ ਵਿੱਚ ਕਹਿਣ ਲੱਗੇ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆ ਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਰੇਤ ਚਿਤ ਚੇਤ ਸਕੀਨਾ ਦਿਆਲ ਦਮੋਦਰ, ਬਿਬਾ ਨ ਜਾਣ ਸਕੋਈ, ਜੇ ਧਾਵੈ ਬ੍ਰਹਮੰਡ ਖੰਡ ਕੋ, ਕਰਤਾ ਕਰੇ ਸੋਈ। ਜਨਨੀ ਕੇਰਾ ਉਦਰ ਉਦਕ ਮੈਂ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ, ਐਸਾ ਖਸਮ ਹਮਾਰਾ। ਕੂਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਨ ਨਾਹੀ, ਪੂਰਨ ਪਰਮਾ ਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖੰਡ ਕੀਟ ਗੁਪਤ ਹੋਏ ਰਹਤਾ, ਤਾਂਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਦੇ, ਜੀ ਡਰਾਹੀ। ਕਿੰਨਾ ਬੇਅੰਤ ਵਾਹਿਗੁਰੂ ਹੈ। ਵਾਹਿਗੁਰੂ ਸਰੂਪ ਸਤਿਗੁਰੂ ਕਿੱਦਾਂ ਜੀਵਾਂ ਦੀ ਪਾਲਣਾ ਕਰਦੇ ਨੇ, ਕਿੱਦਾਂ ਦਾਤਾਂ ਦੇ ਕੇ ਨਵਾਜਦੇ ਨੇ। ਤੂੰ ਕਾਹਦੇ ਵਾਸਤੇ ਚਿੰਤਾ ਕਰਦਾ ਹੈ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਾਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਣ ਪਿਆ ਸੁਖ ਪਾਈਏ, ਬਹੁੜ ਦੁਖ ਨਾ ਹੋਈ। ਐਸਾ ਦਾਤਾ ਹੈ ਜਿੰਦਾ ਕਦੀ ਨਾਸ ਨਹੀਂ ਹੋਣਾ। ਆ ਦੁਨੀਆ ਦੇ ਜਿੰਨੇ ਜੀਵ ਜੰਤੂ ਪ੍ਰਾਣੀ ਮਾਤਰ ਨੇ, ਜਿਸ ਜਗ੍ਹਾ ਤੇ ਆਪਾਂ ਬੈਠੇ ਆ, ਆਪਣੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਇੱਥੇ ਬਹਿ ਕੇ ਚਲੇ ਗਏ ਨੇ। ਆਪਣੇ ਤੋਂ ਪਹਿਲਾਂ ਆਪਣੇ ਸਾਧ ਸੰਗਤ ਜੀ ਵੱਡ ਵਡੇਰੇ ਦਾਦੇ ਪੜਦਾਦੇ, ਫਿਰ ਪਿਤਾ, ਹੁਣ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੁੱਤ ਪੋਤਰੇ ਹੋਣਗੇ। ਆਪਾਂ ਨਹੀਂ ਹੋਵਾਂਗੇ, ਪਰ ਵਾਹਿਗੁਰੂ ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਾਧ ਸੰਗਤ ਜੀ ਜੁਗਾਂ ਜਗੰਤਰਾਂ ਤੋਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿੰਦਾ ਕਦੇ ਨਾਸ ਨਹੀਂ ਹੋਣਾ, ਕਦੇ ਨਾਸ ਨਾ ਹੋਣ ਵਾਲਾ ਸਾਰੇ ਜੀਵਾਂ ਦਾ ਦਾਤਾ ਹੈ।
ਕਿਉਂਕਿ ਦੁਨੀਆ ਤਾਂ ਸਾਰੀ ਮੰਗਤਿਆਂ ਦੀ ਹੈ ਨਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM। ਦੁਨੀਆ ਮੰਗਤਿਆਂ ਦੀ ਹੈ, ਕੋਈ ਛੋਟਾ ਮੰਗਤਾ ਤੇ ਕੋਈ ਵੱਡਾ ਮੰਗਤਾ ਹੈ, ਮੰਗਦੇ ਸਾਰੇ ਹੀ ਨੇ। ਪਰ ਪੰਜਵੇਂ ਪਾਤਸ਼ਾਹ ਜੀਆਂ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਮੰਗਣ ਮੰਗ ਤਾਂ ਇੱਕ ਹੈ ਮੰਗ। ਤੂੰ ਮੰਗਣਾ ਹੀ ਹੈ ਨਾ, ਇੱਕ ਕੋਲੋਂ ਆ ਕੇ ਮੰਗ। ਜੇ ਤੂੰ ਮੰਗਣਾ ਹੀ ਹੈ ਤੇ ਫਿਰ ਇੱਕ ਨੂੰ ਹੀ ਮੰਗ ਲਾ। ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ, ਵਾਹਿਗੁਰੂ ਸਰੂਪ ਸਤਿਗੁਰੂ ਜੀਆਂ ਨੂੰ। ਦੁਨੀਆ ਮੰਗਤਿਆਂ ਦੀ ਹੈ ਔਰ ਮੰਗਤਿਆਂ ਦੀ ਦੁਨੀਆ ਨੂੰ ਦਾਤਾਂ ਦੇ ਕੇ ਨਵਾਜਣ ਵਾਲੇ ਨੇ ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਸਰੂਪ ਸਤਿਗੁਰੂ। ਸਾਰੇ ਜੀਵਾਂ ਦੇ ਦਾਤੇ ਹਨ। ਐਸੇ ਸਤਿਗੁਰੂ ਜੀਆਂ ਦੀ ਆਪਣੇ ਆਪ ਨੂੰ ਸ਼ਰਨ ਵਿੱਚ ਪਾਉਣਾ ਕਰ, ਰੱਖਣਾ ਕਰ। ਸੱਤੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰ, ਮਹਾਰਾਜ ਮੈਨੂੰ ਆਪ ਦੇ ਚਰਨਾਂ ਨਾਲ ਜੋੜ ਕੇ ਰੱਖੋ, ਆਪ ਜੀ ਦੀ ਹਜ਼ੂਰੀ ਵਿੱਚ ਰੱਖੋ, ਆਪ ਜੀ ਦੀ ਸ਼ਰਨ ਵਿੱਚ ਰੱਖੋ। ਸਾਰੀਆਂ ਦਾਤਾਂ ਦੇਣ ਵਾਲੇ ਵਾਹਿਗੁਰੂ, ਵਾਹਿਗੁਰੂ ਸਰੂਪ ਸਤਿਗੁਰੂ ਜੀਆਂ ਦੀ ਸ਼ਰਨੀ ਪੈਣਾ ਕਰੀਏ ਜੀ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਕਹਿੰਦੇ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਹੀ, ਜਿਨ੍ਹਾਂ ਦਾ ਮਿਲਾਪ ਹੋਣ ਦੇ ਨਾਲ ਹੀ ਆਨੰਦਮਈ ਜ਼ਿੰਦਗੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਸੁਖ, ਆਤਮਿਕ ਸੁਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ। ਤੇ ਗੁਰੂ ਕੀ ਸੰਗਤ ਨਾਲ ਮਿਲ ਕੇ ਹਰੀ ਦੇ ਗੁਣ ਗਾਉਣ ਕਰਕੇ ਜਿਹੜੇ ਦੁੱਖ ਹਨ ਨਾ, ਉਹ ਜੰਮਣ ਤੇ ਮਰਨ ਦਾ ਦੁੱਖ ਜਿਹੜਾ ਉਹ ਵੀ ਚਲੇ ਜਾਂਦਾ ਹੈ। ਇਸ ਕਰਕੇ ਸਾਰੇ ਆਓ ਮਿਲ ਕੇ ਇੱਕ ਵਾਰੀ ਸਾਰੇ ਗਾਈਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਜ ਕੇ ਕਿਰਪਾ ਕਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ। ਤਾਂ ਕੀ ਸਰਣੀ ਪਾਈਐ, ਤਾਂ ਕੀ ਸਰਣੀ ਪਾਈਐ। ਤਾਂ ਕੀ ਸਰਣੀ ਪਾਈਐ, ਤਾਂ ਕੀ ਸਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦਰਸ਼ਨ ਭੇਟਤ ਹੋਤ ਆਨੰਦਾ। ਦਰਸ਼ਨ ਭੇਟਤ ਹੋਤ ਆਨੰਦਾ, ਦਰਸ਼ਨ ਭੇਟਤ ਹੋਤ ਆਨੰਦਾ। ਦੁਖ ਗਿਆ ਹਰ ਗਾਈਐ, ਦੁਖ ਗਿਆ ਹਰ ਗਾਈਐ। ਦੁਖ ਗਿਆ ਹਰ ਗਾਈਐ, ਦੁਖ ਗਿਆ ਹਰ ਗਾਈਐ। ਅੱਜ ਦੇ ਸਮੇਂ ਵਿੱਚ ਜਿਹਨੂੰ ਆਪਾਂ ਦੇਖਾਂਗੇ
ਹਰ ਕੋਈ ਦੁਖੀ ਤੁਰਿਆ ਫਿਰਦਾ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਜਿੱਧਰ ਝਾਤ ਮਾਰ ਕੇ ਦੇਖੋ, ਹਰ ਇਨਸਾਨ ਦੁਖੀ ਪਰੇਸ਼ਾਨ ਹੈ। ਪਰ ਮਹਾਰਾਜ ਕਹਿੰਦੇ ਹਰੀ ਸਰੂਪ ਸਤਿਗੁਰੂ ਜੀਆਂ ਦੀ ਸੰਗਤ ਨਾਲ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਣ ਕਰਕੇ ਨਾ ਜਿਹੜੇ ਦੁੱਖ ਨੇ ਉਹ ਚਲੇ ਜਾਂਦੇ ਨੇ। ਪਰ ਸੰਗਤ ਵਿੱਚ ਮਿਲਣਾ ਕਿੱਦਾਂ ਹੈ? ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਧ, ਜੈਸੇ ਮਦਪ ਮਖੀਰਾ। ਸੰਗਤ ਨਾਲ ਇਸ ਤਰੀਕੇ ਨਾਲ ਮਿਲ ਕੇ ਬੈਠਣਾ ਤੇ ਇਸ ਤਰੀਕੇ ਨਾਲ ਅਭੇਦਤਾ ਬਣਾਉਣੀ ਹੈ ਜਿਵੇਂ ਸ਼ਹਿਦ ਦੀਆਂ ਮੱਖੀਆਂ ਇੱਕ ਛਾਤੇ ਤੇ ਬੈਠ ਕੇ ਵੱਡੀ ਗਿਣਤੀ ਦੇ ਵਿੱਚ ਸਾਧ ਸੰਗਤ ਜੀ ਰਹਿੰਦੀਆਂ ਨੇ। ਛੋਟਾ ਜਿਹਾ ਉਹਨਾਂ ਦਾ ਛਾਤਾ ਹੁੰਦਾ ਹੈ, ਉਹਦੇ ਉੱਪਰ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬੈਠ ਕੇ ਆਪਣੀ ਖੁਰਾਕ ਵੀ ਜਮ੍ਹਾਂ ਕਰਦੀਆਂ ਨੇ ਔਰ ਸਾਧ ਸੰਗਤ ਜੀ ਆਪਣਾ ਟਾਈਮ ਵੀ ਲੰਘਾਉਂਦੀਆਂ ਨੇ। ਪਰ ਐਸਾ ਨਾ ਹੋਵੇ ਕਿ ਸੰਗਤ ਵਿੱਚ ਬੈਠਿਆ ਕੋਈ ਆ ਕੇ ਨਮਸਕਾਰ ਕਰੇ, ਜ਼ਿੰਦਗੀ ਦੇ ਵਿੱਚ ਕਿਤੇ ਉੱਚਾ ਨੀਵਾਂ ਸ਼ਬਦ ਬੋਲਿਆ ਹੋਵੇ, ਵੇਖ ਕੇ ਕਹੀਏ ਇਹ ਕੀ ਲੈਣ ਵਾਸਤੇ ਆ ਗਿਆ, ਆ ਫਲਾਣਾ ਹੈ, ਆ ਦੂਜਾ। ਬਿਲਕੁਲ ਨਹੀਂ। ਸੰਗਤ ਦੇ ਵਿੱਚ ਸ਼ਹਿਦ ਦੀਆਂ ਮੱਖੀਆਂ ਜਿਵੇਂ ਮਿਲ ਕੇ ਬੈਠ ਕੇ ਸ਼ਹਿਦ ਦਾ ਰਸ ਲੈਂਦੀਆਂ ਤੇ ਜਮ੍ਹਾਂ ਕਰ ਲੈਂਦੀਆਂ ਨੇ, ਇਵੇਂ ਹਰੀ ਨਾਮ ਦਾ ਰਸ ਲੈਣਾ ਹੈ ਤੇ ਆਪਣੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਉਸ ਨੂੰ ਟਿਕਾਉਣਾ ਹੈ। ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ ਨਾ, ਗਰੀਬ ਨਵਾਜ ਮਹਾਰਾਜ ਜੀ ਕਹਿੰਦੇ ਫਿਰ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਭਵਜਲ ਤਰਨਾ। ਕਹਿੰਦੇ ਜਿਨ੍ਹਾਂ ਹਰੀ ਨਾਮ ਦਾ ਰਸ ਲੈ ਲਿਆ ਨਾ, ਜਿਨ੍ਹਾਂ ਦੇ ਅੰਦਰ ਹਰੀ ਨਾਮ ਜਿਹੜਾ ਟਿਕ ਗਿਆ ਹੈ ਗੁਰੂ ਕੇ ਪਿਆਰਿਓ, ਉਹਨਾਂ ਦੇ ਅੰਦਰੋਂ ਉਪਾਧੀਆਂ, ਉਪਾਦ ਕਹਿੰਦੇ ਨੇ ਭੈੜੀਆਂ ਵਹਿਬਤਾਂ ਨੂੰ, ਭੈੜੀਆਂ ਹਰਕਤਾਂ ਨੂੰ, ਉਹਨਾਂ ਦੇ ਅੰਦਰੋਂ ਚਲੀਆਂ ਜਾਂਦੀਆਂ ਨੇ, ਉਹ ਖਤਮ ਹੋ ਜਾਂਦੀਆਂ ਨੇ। ਪਰ ਇਹ ਹਰੀ ਨਾਮ ਦਾ ਰਸ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਵਾ। ਵੱਡੇ ਭਾਗ ਹੋਣ ਤੇ ਫਿਰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੇ। ਵੱਡੇ ਭਾਗਾਂ ਦੇ ਨਾਲ ਸਤ ਸੰਗਤ ਵਿੱਚ ਬੈਠਾ ਜਾਂਦਾ ਹੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਹਿੰਦੇ ਹੈ ਭਾਈ ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਦਰਸ਼ਨ ਕਰਨਾ ਕਿੱਦਾਂ, ਜਿੱਦਣ ਪੀਰ ਭੀਖਣ ਸ਼ਾਹ ਨੇ ਕੀਤਾ ਸੀ। ਦਰਸ਼ਨ ਦੀ ਮਨ ਵਿੱਚ ਇੱਛਾ ਜਾਗੀ ਸੀ ਨਾ, ਤੇ ਮਹਾਰਾਜ ਜੀਆਂ ਦੇ ਮੁਬਾਰਕ ਦਰਸ਼ਨ ਸਾਧ ਸੰਗਤ ਜੀ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਾ ਕਰਕੇ ਕਰਦੇ ਨੇ। ਤੇ ਪਟਨੇ ਦੀ ਹਦੂਦ ਅੰਦਰ ਪੈਰ ਰੱਖਣ ਲੱਗਿਆ ਮਨ ਦੇ ਨਾਲ ਵਿਚਾਰ ਕੀਤਾ ਕਿ ਮਨਾ, ਜਿੰਨੀ ਦੇਰ ਤੱਕ ਉਸ ਅੱਲਾਹ ਦੇ ਨੂਰ ਦੇ ਦੀਦਾਰ ਨਹੀਂ ਨਾ ਹੋ ਜਾਂਦੇ, ਓਨੀ ਦੇਰ ਤੱਕ ਮੂੰਹ ਦੇ ਵਿੱਚ ਕੋਈ ਅੰਨ ਜਲ ਨਹੀਂ ਪਾਉਣਾ, ਭਾਵ ਕੋਈ ਛਕਣਾ ਨਹੀਂਗਾ। ਜਾਂਦੇ ਨੇ ਅੱਗੇ ਮਾਮਾ ਕਿਰਪਾਲ ਚੰਦ ਸਾਹਿਬ ਜੀ ਪਿਆਰ ਨਾਲ ਪੁੱਛਦੇ ਨੇ, ਵਸਤਰ ਵਗੈਰਾ ਦੇਣ ਵਾਸਤੇ, ਅੰਨ ਵਗੈਰਾ ਦੇਣ ਦੇ ਵਾਸਤੇ ਪੁੱਛਦੇ ਨੇ, ਪਰ ਮਨਾ ਕਰਦੇ ਨੇ। 3 ਦਿਨਾਂ ਬਾਅਦ ਦੀਨ ਦਿਆਲੂ ਸਤਿਗੁਰੂ ਜੀਆਂ ਦੇ ਮੁਬਾਰਕ ਦੀਦਾਰ ਨਸੀਬ ਹੁੰਦੇ ਨੇ। ਸਾਰੀ ਸੰਗਤ ਦੀਦਾਰ ਕਰਦੀ ਹੈ ਔਰ ਪੀਰ ਭੀਖਣ ਸਾਹਿਬ ਵੀ ਸਤਿਗੁਰੂ ਜੀਆਂ ਦੇ ਮੁਬਾਰਕ ਦਰਸ਼ਨ ਕਰਦੇ ਨੇ, ਬਾਲਾ ਪ੍ਰੀਤਮ ਜੀਆਂ ਦੇ। ਔਰ ਸਾਧ ਸੰਗਤ ਜੀ ਦਰਸ਼ਨ ਕਰਕੇ ਗਦ-ਗਦ ਹੋ ਜਾਂਦੇ ਨੇ, ਨਿਹਾਲ ਹੋ ਜਾਂਦੇ ਨੇ। ਇੱਥੇ ਅਸੀਂ ਇਹ ਪੜ੍ਹਦੇ ਹਾਂ ਕਿ ਪੀਰ ਜੀ ਨੇ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ 2 ਕੁੱਜੀਆਂ ਰੱਖੀਆਂ।
ਆਪਣਾ ਸ਼ੰਕਾ ਨਿਵਰਤ ਕਰਨ ਵਾਸਤੇ ਮੇਰੀ ਅਕਲ ਬਹੁਤ ਥੋੜੀ ਹੈ, ਪਰ ਖਿਮਾ ਮੰਗ ਕੇ ਮੈਂ ਬੇਨਤੀ ਕਰਨੀ ਚਾਹਾਂਗਾ। ਪੀਰ ਨੇ ਕੁੱਜੀਆਂ ਰੱਖੀਆਂ ਸੀ, ਪਰ ਆਪਣੇ ਮਨ ਦੇ ਵਿਚਾਰ ਕਰਕੇ ਨਹੀਂ, ਉਹਨਾਂ ਦੇ ਮਰੀਦਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਰੱਖੀਆਂ ਸੀ, ਕਿਉਂਕਿ ਮਰੀਦਾਂ ਨੇ ਸ਼ੰਕਾ ਕੀਤਾ ਸੀ, ਪੀਰ ਜੀ ਤੁਹਾਨੂੰ ਤਾਂ ਵਾਹਿਗੁਰੂ ਅਕਾਲ ਪੁਰਖ ਨੇ ਸੋਝੀ ਬਖਸ਼ੀ ਹੈ, ਤੁਸੀਂ ਤਾਂ ਠਸਕੇ ਨਗਰ ਬੈਠ ਕੇ ਜਾਣ ਲਿਆ ਕਿ ਅੱਲਾ ਦਾ ਨੂਰ ਪ੍ਰਗਟ ਹੋਇਆ ਹੈ। ਇੱਥੇ ਵੀ ਤੁਹਾਨੂੰ ਪਤਾ ਹੈ, ਪਰ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਹਨ। ਕਿਰਪਾ ਕਰਕੇ ਸਾਡਾ ਵੀ ਸ਼ੰਕਾ ਨਿਵਰਤ ਕਰਿਓ। ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ 2 ਕੁੱਜੀਆਂ ਪੀਰ ਜੀ ਲੈਂਦੇ ਨੇ, ਬਾਲਾ ਪ੍ਰੀਤਮ ਦੇ ਸਨਮੁਖ ਰੱਖਦੇ ਨੇ, ਤੇ ਸੱਚੇ ਪਾਤਸ਼ਾਹ ਜੀ ਦੋਨਾਂ ਦੇ ਉੱਪਰ ਸਾਧ ਸੰਗਤ ਜੀ ਮਲਕੜੇ ਜੇ ਇਕੱਠਾ ਹੱਥ ਟਿਕਾ ਦਿੰਦੇ ਨੇ। ਉੱਤੇ ਪੀਰ ਔਰ ਪੀਰ ਦੇ ਮਰੀਦਾਂ ਦਾ ਸਾਧ ਸੰਗਤ ਜੀ ਕੋਈ ਸ਼ੰਕਾ ਨਾ ਰਿਹਾ, ਔਰ ਕਿਸੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸੱਚੇ ਪਾਤਸ਼ਾਹ ਜੀਆਂ ਦਾ ਸ਼ੁਕਰ ਕੀਤਾ। ਮੈਂ ਇੱਥੇ ਬੇਨਤੀ ਕਰਦਾ ਹੁੰਨਾ, ਗੁਰੂ ਕੇ ਪਿਆਰਿਓ, ਐਸੇ ਮਹਾਪੁਰਸ਼ਾਂ ਦੇ ਜੀਵਨ ਤੋਂ ਅਸੀਂ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਸਤਿਗੁਰੂ ਜੀਆਂ ਦੇ ਦਰਸ਼ਨ ਕਰਨ ਦੀ ਮਨ ਵਿੱਚ ਇੱਛਾ ਰੱਖੀਏ। ਜਿੰਨੀ ਦੇਰ ਤੱਕ ਸਵੇਰ ਵੇਲੇ ਉੱਠ ਕੇ ਸ੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਦੀਦਾਰ ਨਾ ਕਰ ਲਈਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਨਾ ਕਰ ਲਈਏ, ਓਨੀ ਦੇਰ ਤੱਕ ਕੋਈ ਅੰਨ ਜਲ ਨਾ ਗ੍ਰਹਿਣ ਕਰੀਏ। ਪਹਿਲੇ ਸਤਿਗੁਰੂ ਕੀ ਬਾਣੀ ਦੇ ਦਰਸ਼ਨ ਕਰੀਏ, ਸਤਿਗੁਰੂ ਜੀਆਂ ਦੇ ਦੀਦਾਰ ਕਰੀਏ, ਵਾਹਿਗੁਰੂ ਜੀਆਂ ਦਾ ਸ਼ੁਕਰ ਕਰੀਏ, ਉਸ ਤੋਂ ਬਾਅਦ ਦੇ ਵਿੱਚ ਕੋਈ ਜਲ ਪਾਣੀ ਗ੍ਰਹਿਣ ਕਰੀਏ। ਐਸੀ ਪਿਆਸ ਗਰੀਬ ਨਵਾਜ ਮਹਾਰਾਜ ਸਾਡੇ ਮਨਾਂ ਦੇ ਵਿੱਚ ਲੱਗ ਜਾਵੇ। ਫਿਰ ਜਿਨ੍ਹਾਂ ਦੇ ਮਨ ਵਿੱਚ ਐਸੀ ਪਿਆਸ ਲੱਗ ਜਾਂਦੀ ਹੈ ਨਾ, ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਉਹਨਾਂ ਤੋਂ ਆਪਣੇ ਆਪ ਨੂੰ ਵਾਰਨੇ ਫੇਰਨੇ ਕਰਦਾ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਕੁਰਬਾਨ ਬਲਹਾਰ ਜਾਂਦਾ। ਦੁਨੀਆ ਦੇ ਲੋਕ ਤਾਂ ਕੋਈ ਧਨ ਪਦਾਰਥ ਵਾਰਦੇ ਨੇ, ਪਰ ਮੈਂ ਆਪਣੇ ਆਪ ਨੂੰ ਵਾਰਨੇ ਫੇਰਨੇ ਕਰਦਾ ਹਾਂ। ਕਹਿੰਦੇ ਸਾਰੇ ਸੁੱਖਾਂ ਦੇ ਦਾਤੇ ਨੇ ਸਤਿਗੁਰੂ ਜੀ। ਐਸੇ ਸਤਿਗੁਰੂ ਜੀਆਂ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਰੱਖਣਾ ਕਰ, ਆਪਣੇ ਆਪ ਨੂੰ ਲਿਆਉਣਾ ਕਰ, ਰਹਿਣਾ ਕਰ, ਜਿਹੜੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਦੇ ਨਾਲ, ਮਿਲਾਪ ਹੋਣ ਦੇ ਨਾਲ ਆਨੰਦਮਈ ਅਵਸਥਾ ਪ੍ਰਾਪਤ ਹੁੰਦੀ ਹੈ। ਆਤਮਿਕ ਸੁੱਖ ਜਿਹੜੇ ਪ੍ਰਾਪਤ ਹੁੰਦੇ ਨੇ, ਅਤੇ ਐਸੇ ਸਤਿਗੁਰੂ ਜੀਆਂ ਦੀ ਸੰਗਤ ਨਾਲ ਮਿਲ ਕੇ ਹਰੀ ਗੁਣ ਗਾਉਣ ਕਰਕੇ ਦੁੱਖ ਜਿਹੜੇ ਉਹ ਚਲੇ ਜਾਂਦੇ ਹਨ, ਖਤਮ ਹੋ ਜਾਂਦੇ ਹਨ ਜੀ। ਹਰ ਰਸ ਪੀਵੋ ਭਾਈ। ਹੇ ਭਾਈ, ਹਰੀ ਨਾਮ ਰਸ ਨੂੰ ਪ੍ਰੇਮ ਦੇ ਸਹਿਤ ਜਿਹੜਾ ਪੀਣਾ ਕਰ। ਹਰ ਰਸ ਕਾ ਤੂੰ ਚਾਖੈ ਸਾਧ, ਚਾਗਤ ਹੋਏ ਰਹਿ ਬਿਸਮਾਦ। ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਨਾਈ। ਕਹਿੰਦੇ ਪੂਰੇ ਗੁਰੂ ਸਾਹਿਬ ਜੀਆਂ ਦੀ ਸ਼ਰਨ ਵਿੱਚ ਪੈ ਕਰਕੇ ਨਾ, ਮਨ ਕਰਕੇ ਜਿਹੜਾ ਨਾਮ ਉਹਨੂੰ ਪੱਕਿਆਂ ਕਰ, ਚੇਤੇ ਕਰ, ਆਰਾਧਨਾ ਕਰ, ਤੇ ਜ਼ੁਬਾਨ ਕਰਕੇ ਬੋਲਣਾ ਕਰ। ਜੋ ਸਾਧ ਸੰਗਤ ਜੀ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਨੂੰ ਚੇਤੇ ਕਰਦੇ ਆ ਨਾ, ਹੁਣ ਅਰਦਾਸ ਕਰਨੀ ਭਾਈ ਸਾਹਿਬ ਜੀ ਹੁਣਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ, ਤੇ ਆਪਾਂ ਸਾਰਿਆਂ ਅਰਦਾਸ ਵਿੱਚ ਸ਼ਾਮਲ ਹੋਣਾ। ਤੇ ਇੱਕ ਬਚਨ ਆਉਣਾ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਸੱਚੇ ਪਾਤਸ਼ਾਹ ਸਾਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇ। 3 ਵਾਰੀ ਇੱਥੇ ਲਿਖਣ ਦਾ ਅਰਥ ਇਹ ਹੈ, 4 ਵਾਰੀ ਵੀ ਲਿਖਿਆ ਜਾ ਸਕਦਾ ਸੀ, 2 ਵਾਰੀ ਵੀ ਲਿਖ ਕੇ ਛੱਡਿਆ ਜਾ ਸਕਦਾ ਸੀ, ਪਰ 3 ਵਾਰੀ ਵਾਹਿਗੁਰੂ 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 ਲਿਖਣ ਦਾ ਅਰਥ ਇਹ ਹੈ, ਨਿਰੰਕਾਰ ਸਾਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇ। ਜਦੋਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇਗਾ ਨਾ, ਫਿਰ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ। ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਣਗੇ, ਸਾਰੇ ਸੁੱਖ ਮਿਲ ਜਾਣਗੇ। ਪਰ ਵਾਹਿਗੁਰੂ ਕਿਰਪਾ ਕਰਨ,
ਐਸੀ ਅਵਸਥਾ ਹਰ ਇੱਕ ਗੁਰਮੁਖ ਪਿਆਰੇ ਮਾਈ ਭਾਈ ਦੀ ਬਣਾ ਦੇਣ। ਦਾਤਾ ਜੀ ਕਹਿੰਦੇ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਜੀ ਨੂੰ ਚੇਤੇ ਕਰੋ। ਪੂਰੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕਰਕੇ ਰਹਾਓ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਨਗੇ। ਰਹਾਓ ਦਾ ਅਰਥ ਰੁਕਣਾ। ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਕੁਝ ਪਲ ਰੁਕ ਕੇ ਵੇਖ, ਗੁਰੂ ਦੇ ਚਰਨਾਂ ਵਿੱਚ ਕੁਝ ਸਮਾਂ ਠਹਿਰ ਕੇ ਵੇਖ। ਸਤਿਗੁਰੂ ਜੀ ਦੀਆਂ ਰਹਿਮਤਾਂ ਬਖਸ਼ਾਂ ਤੇਰੇ ਉੱਪਰ ਹੁੰਦੀਆਂ। ਵਿਸਰਾਮ ਦੇ ਕਰਕੇ ਅੱਗੇ ਬਖਸ਼ਿਸ਼ ਕਰਦੇ ਹਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਤਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਭਾਈ। ਕਹਿੰਦੇ ਇਹ ਨਾਮ ਰੂਪੀ ਵਸਤੂ ਉਸ ਗੁਰੂ ਕੇ ਪਿਆਰੇ ਨੂੰ ਮਿਲਦੀ ਹੈ ਜਿੰਦੇ ਪਿਛਲੇ ਪੂਰਬਲੇ ਚੰਗੇ ਕਰਮ ਕੀਤੇ ਹੋਏ ਨੇ, ਤੇ ਪਿਛਲੇ ਪੂਰਬਲੇ ਚੰਗੇ ਕਰਮਾਂ ਦੇ ਨਿਸ਼ਾਨ ਬੁੱਧੀ ਰੂਪੀ ਮਸਤਕ ਦੇ ਉੱਪਰ ਲਿਖੇ ਹੋਏ ਨੇ, ਉਕਰੇ ਹੋਏ ਨੇ। ਆ ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ, ਗੁਰਬਾਣੀ ਪੜ੍ਹਦੇ ਤੇ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਆ ਨਾ, ਆਪਣੇ ਆਪ ਨੂੰ ਐਵੇਂ ਕਦੀ ਕੋਸਣਾ ਨਹੀਂ ਚਾਹੀਦਾ। ਸਤਿਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ, ਜਿਹਨੂੰ ਮਹਾਰਾਜ ਕਿਰਪਾ ਕਰਕੇ ਸਵੇਰ ਵੇਲੇ ਗੁਰਬਾਣੀ ਦੀ ਦਾਤ ਜੀ ਦੀ ਝੋਲੀ ਵਿੱਚ ਪਾ ਦੇਣ, ਸੰਧਿਆ ਦੇ ਸਮੇਂ ਦੀ ਨਿਤਨੇਮ ਦੀ ਦਾਤ ਦੇ ਦੇਣ, ਰਾਤ ਨੂੰ ਸੋਹਿਲਾ ਸਾਹਿਬ ਦੀ ਗੁਰਬਾਣੀ ਪੜ੍ਹਨ ਦਾ ਸਮਾਂ ਦੇ ਦੇਣ, ਫਿਰ ਧਰਮ ਦੀ ਕਿਰਤ ਕਰਨ ਦਾ ਜਿਹਨੂੰ ਮਹਾਰਾਜ ਜੀ ਸਮਾਂ ਦੇ ਦੇਣ। ਉਹ ਤੋਂ ਚੰਗੀ ਕਿਸਮਤ ਵਾਲਾ ਕੌਣ ਹੋ ਸਕਦਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਕੁਝ ਗੁਰੂ ਕੇ ਪਿਆਰਿਆਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਤੁਸੀਂ ਕਿਸ ਨੂੰ ਪਿਆਰ ਕਰਦੇ ਹੋ? ਮਹਾਰਾਜ ਕਹਿੰਦੇ ਜੋ ਕਿਰਤ ਕਰਦੇ ਆ ਨਾ, ਮੈਂ ਉਹਨਾਂ ਨੂੰ ਪਿਆਰ ਕਰਦਾ। ਮਹਾਰਾਜ ਉਸ ਤੋਂ ਵੱਧ ਵੀ ਕਿਸੇ ਨੂੰ ਕਰਦੇ ਹੋ? ਬਿਲਕੁਲ। ਕਹਿੰਦੇ ਜੋ ਨਾਮ ਜਪਦੇ ਨੇ ਮੈਂ ਉਹਨਾਂ ਨੂੰ ਵੀ ਪਿਆਰ ਕਰਦਾ। ਕਹਿੰਦੇ ਤੁਹਾਡੇ ਪਿਆਰ ਦੀ ਕੋਈ ਸਿਖਰ ਵੀ ਹੋਏਗੀ ਨਾ, ਜਿਵੇਂ ਆਪਾਂ ਕਈ ਵਾਰਾਂ ਕਹਿ ਦਿੰਨੇ ਆ ਤੁਰੇ ਜਾਂਦੇ ਕਿ ਫਲਾਣਾ ਸਾਹਿਬ ਤੇਰੇ ਤੋਂ ਵੱਧ ਮੈਨੂੰ ਕੋਈ ਪਿਆਰਾ ਨਹੀਂ ਹੈ, ਭਾਵੇਂ ਮੂੰਹ ਰਖਮੀਆਂ ਗੱਲਾਂ ਹੋਣ। ਮਹਾਰਾਜ ਤੁਹਾਡੇ ਪਿਆਰ ਦੀ ਵੀ ਕੋਈ ਸਿਖਰ ਹੈ? ਦਾਤਾ ਜੀ ਕਹਿੰਦੇ ਹਾਂ, ਜਿਹੜਾ ਇਨਸਾਨ ਕਿਰਤ ਕਰਦਾ, ਨਾਮ ਜਪਦਾ ਤੇ ਵੰਡ ਸਕਦਾ ਹੈ ਨਾ, ਉਹ ਸਭ ਤੋਂ ਨੇੜੇ ਦਾ ਸਰੀਰ ਹੈ ਮੇਰਾ, ਉਹ ਸਭ ਤੋਂ ਨੇੜੇ ਦਾ ਮੇਰਾ ਪਿਆਰਾ ਸਿੱਖ ਹੈ। ਤੇ ਹੁਣ ਸੱਚੇ ਪਾਤਸ਼ਾਹ ਜੀਆਂ ਨੇ ਆਪ ਜੀਆਂ ਦੇ ਵਿੱਚੋਂ ਜਿਹਨੂੰ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣ ਦਾ ਗੁਣ ਜਿੰਦੀ ਝੋਲੀ ਵਿੱਚ ਪਾਇਆ ਹੈ ਨਾ, ਐਵੇਂ ਨਾ ਡਰਿਆ ਕਰੋ। ਉਹ ਗੁਰੂ ਨਾਨਕ ਸਾਹਿਬ ਜੀ ਦਾ ਸਭ ਤੋਂ ਨੇੜੇ ਦਾ ਸਿੱਖ ਹੈ। ਗੱਜ ਕੇ ਉਚਾਰਨ ਕਰੋ ਸਤਨਾਮ ਸ਼੍ਰੀ। ਸੋ ਗੁਰੂ ਕੇ ਪਿਆਰਿਓ, ਮਹਾਰਾਜ ਕਹਿੰਦੇ ਇਹ ਪਿਛਲੇ ਚੰਗੇ ਕਰਮਾਂ ਦੇ ਨਿਸ਼ਾਨ ਜਿਨ੍ਹਾਂ ਦੇ ਮਸਤਕ ਉੱਪਰ ਲਿਖੇ ਨੇ, ਉਹਨਾਂ ਨੂੰ ਇਹ ਨਾਮ ਦੀ ਪ੍ਰਾਪਤੀ ਹੋਈ, ਪ੍ਰੇਮ ਰਸ ਦੀ ਪ੍ਰਾਪਤੀ ਹੋਈ, ਉਹ ਪੂਰਨ ਗਿਆਨਵਾਨ ਹਨ। ਹੈ ਭਾਈ ਜੀ ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਨਾਨਕ ਦੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੀ ਨਾਮ ਦੇ ਵਿੱਚ ਲਿਵ ਲੱਗੀ ਰਵੇ। ਮੈਂ ਆਪ ਜੀ ਦਾ ਨਾਮ ਜਿਹੜਾ ਹੈ ਨਾ, ਉਸ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਵਾ, ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਕਰਕੇ ਆਪਣੇ ਇਸ ਅਮੋਲਕ ਮਨੁੱਖਾ ਜੀਵਨ ਨੂੰ ਸਫਲਾ ਕਰਾਂ। ਸਤਿਗੁਰੂ ਜੀਆਂ ਨੇ ਇਹ ਮਹਾਨ ਬਖਸ਼ਿਸ਼ ਅੱਜ ਦੇ ਮੁੱਖ ਵਾਕ ਵਿੱਚ ਕੀਤੀ ਹੈ। ਆਓ ਲੜੀਵਾਰ ਸ਼ਬਦ ਪਿਆਰ ਸਹਿਤ ਵਿਚਾਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਦੂਸਰਾ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 883 ਤੇ ਸੁਭਾਏਮਾਨ ਹੈ ਜੀ। ਪਵਹੁ ਚਰਣਾ ਤਲ ਊਪਰ ਆਵਹੁ, ਐਸੀ ਸੇਵ ਕਮਾਵਹੁ। ਸਤਿਗੁਰੂ ਜੀ ਗੁਰੂ ਦੇ ਦਰ ਦੀ ਸੇਵਾ ਕਮਾਉਣ ਬਾਰੇ ਸਾਨੂੰ ਦੱਸਦੇ ਨੇ। ਕਹਿੰਦੇ ਇਸ ਤਰ੍ਹਾਂ ਦੀ ਸੇਵਾ ਕਰੋ ਕਿ ਸਾਰਿਆਂ ਦੇ ਚਰਨਾਂ ਦੇ ਖਾਕ ਬਣ ਕੇ ਆਵੋ,
ਭਾਵ ਨਿਮਰਤਾ ਭਾਵ ਧਾਰਨ ਕਰਕੇ ਆਓ। ਕਹਿੰਦੇ ਐਸੀ ਜਿਹੜੀ ਸੇਵਾ ਕਰੋਗੇ ਤੇ ਫਿਰ ਤੁਸੀਂ ਸਾਰਿਆਂ ਤੋਂ ਉੱਪਰ ਹੋ ਜਾਓਗੇ, ਉੱਚੇ ਉੱਠ ਜਾਓਗੇ। ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ। ਆਪਾਂ ਬੋਲਦੇ ਆ ਨਾ, ਇਹ ਦਰ ਨਿਮਾਣਿਆਂ ਦਾ ਮਾਣ ਹੈ। ਇੱਥੇ ਨਤਾਣਿਆਂ ਨੂੰ ਤਾਣ ਮਿਲਦਾ, ਨਿਥਾਵਿਆਂ ਨੂੰ ਥਾਂ ਮਿਲਦਾ, ਨਿਓਟਿਆਂ ਨੂੰ ਓਟ ਮਿਲਦੀ ਤੇ ਨਿਆਸਰਿਆਂ ਨੂੰ ਆਸਰਾ ਮਿਲਦਾ ਹੈ। ਹੇ ਭਾਈ, ਤੂੰ ਨਿਮਾਣਾ ਬਣ ਕੇ ਆ, ਨਿਆਸਰਾ ਬਣ ਕੇ ਆ, ਤੂੰ ਅੰਤਰਜਾਮੀ ਰਾਖੇ ਦਾਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਿਮਾਣਾ ਬਣ ਕੇ ਆਵੇਂਗਾ ਨਾ, ਉਦੋਂ ਗੁਰੂ ਤੇਰੀਆਂ ਅੰਦਰ ਦੀਆਂ ਜਾਣਦੇ ਹੋਏ ਤੇਰੀ ਰੱਖਿਆ ਕਰਨਗੇ, ਤੈਨੂੰ ਦਾਤਾਂ ਦੇ ਕੇ ਨਵਾਜਣਗੇ। ਔਰ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜੇ ਕਿਧਰੇ ਕੋਈ ਚਰਾਉਣ ਵਾਸਤੇ ਆ ਗਿਆ ਨਾ, ਫਿਰ ਸਤਿਗੁਰੂ ਤੇਰਾ ਸਹਾਰਾ ਵੀ ਬਣ ਜਾਣਗੇ। ਸਤਿਗੁਰੂ ਵਰਗਾ ਕੋਈ ਸਹਾਰਾ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ ਨਿਮਰਤਾ ਦੇ ਵਿੱਚ ਨਿਮਾਣਾ ਭਾਵ ਧਾਰਨ ਕਰਕੇ ਸੇਵਾ ਕਰ, ਤੋ ਸਾਰਿਆਂ ਤੋਂ ਉੱਚਾ ਹੋ ਜਾਵੇਂਗਾ। ਆਪਸ ਤੇ ਉਪਰ ਸਭ ਜਾਣੋ, ਤਉ ਦਰਗਹਿ ਸੁਖ ਪਾਵੋ। ਕਹਿੰਦੇ ਸਾਰਿਆਂ ਨੂੰ ਆਪਣੇ ਆਪ ਤੋਂ ਚੰਗੇ ਜਾਣੋ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਹਿੰਦੇ ਆਪਣੇ ਆਪ ਨੂੰ ਨਿਮਾਣਾ ਬਣਾ ਕੇ ਲਿਆ। ਇੱਥੇ ਤਾਂ ਬੇਨਤੀ ਕਰਨਾ ਕਿ ਦਾਤਾ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵੀਸਰਿਆ। ਇੱਥੇ ਤਾਂ ਆ ਕੇ ਬੇਨਤੀ ਕਰ ਸੱਚੇ ਪਾਤਸ਼ਾਹ, ਮੈਂ ਇੰਨਾ ਨਿਮਾਣਾ ਹਾਂ, ਮੇਰੇ ਵਿੱਚ ਅਵਗੁਣ ਹੀ ਅਵਗੁਣ ਨੇ, ਹੋਰ ਕੋਈ ਬੁਰਾ ਨਹੀਂ ਹੈ। ਮੈਂ ਮਾੜਾ ਕਹਿੰਦੇ ਕਿਸੇ ਨੂੰ ਵੀ ਆਪਣੇ ਤੋਂ ਨੀਵਾਂ ਨਾ ਸਮਝ, ਸਾਰਿਆਂ ਨੂੰ ਆਪਣੇ ਆਪ ਤੋਂ ਉੱਪਰ ਜਾਣ, ਚੰਗੇ ਜਾਣ, ਤਾਂ ਤੂੰ ਰੱਬ ਦੀ ਦਰਗਾਹ ਦੇ ਵਿੱਚ, ਅਕਾਲ ਪੁਰਖ ਦੇ ਘਰ, ਸਤ ਸੰਗਤ ਰੂਪੀ ਘਰ ਦੇ ਵਿੱਚ ਤੇਰਾ ਬੈਠਣਾ ਹੋਵੇਗਾ, ਵਾਸਾ ਹੋਵੇਗਾ ਜੀ। ਸੰਤੋ ਐਸੀ ਕਥੋ ਕਹਾਣੀ। ਹੇ ਮਹਾਤਮਾ ਜਨੋ, ਗੁਰੂ ਕੇ ਪਿਆਰਿਓ, ਐਸੀ ਜਿਹੜੀ ਅਕਥ ਕਥਾ ਹੈ ਨਾ, ਇਸ ਨੂੰ ਕਥਨ ਕਰੋ, ਇਹਨੂੰ ਜਾਣਨਾ ਕਰੋ। ਜਦੋਂ ਇਸ ਤਰ੍ਹਾਂ ਦੀ ਕਹਾਣੀ, ਇਸ ਤਰ੍ਹਾਂ ਦੀ ਕਥਾ ਕਥਨ ਕਰੋਗੇ, ਸੁਰ ਪਵਿੱਤਰ ਨਰ ਦੇਵ ਪਵਿੱਤਰਾ, ਖਿਨ ਬੋਲੋ ਗੁਰਮੁਖ ਬਾਣੀ। ਕਹਿੰਦੇ ਇਹ ਕਥਾ ਸੁਣਨ ਦੇ ਨਾਲ, ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਨ ਦੇ ਨਾਲ, ਨਿਮਾਣੇ ਬਣ ਕੇ ਸੇਵਾ ਕਰਨ ਦੇ ਨਾਲ, ਕਹਿੰਦੇ ਜਿਹੜੇ ਦੇਵਤੇ ਪਵਿੱਤਰ ਹੋ ਗਏ, ਮਨੁੱਖ ਅਤੇ ਮਨੁੱਖਾਂ ਦੇ ਰਾਜੇ ਵੀ ਪਵਿੱਤਰ ਹੋ ਗਏ। ਕਹਿੰਦੇ ਐਸੀ ਜਿਹੜੀ ਗੁਰੂ ਕੀ ਬਾਣੀ ਹੈ ਨਾ, ਇੱਕ ਖਿਨ ਖਿਨ ਪਲ ਵੀ ਬੋਲਣਾ ਕਰੋ। ਖਿਨ ਟਾਈਮ ਕਿੰਨਾ ਕੁ ਹੁੰਦਾ ਗੁਰੂ ਕੇ ਪਿਆਰਿਓ? ਘੱਗਾ ਤੇ ਟੈਂਕਾ ਘੱਟ ਬੋਲੀਏ 2 ਖਿਨ ਬਤੀਤ ਹੋ ਜਾਂਦੇ ਨੇ। ਖਿਨ ਦੇ 6ਵੇਂ ਹਿੱਸੇ ਨੂੰ ਚੁੱਕ ਕਹਿੰਦੇ ਤੇ ਚੁੱਕ ਦੇ 12ਵੇਂ ਹਿੱਸੇ ਨੂੰ ਬਿੰਦ ਕਹਿੰਦੇ ਨੇ। ਸਮੇਂ ਨੂੰ ਨਾਪਣ ਦੀ ਸਭ ਤੋਂ ਛੋਟੀ ਇਕਾਈ ਬਿੰਦ ਹੈ। ਇੱਕ ਬਿੰਦ ਬਤੀਤ ਹੋਣ ਤੇ 6 ਚੁੱਕ ਸਮਾਂ ਬਤੀਤ ਹੋ ਜਾਂਦਾ ਹੈ। 6 ਚੁੱਕ ਬਤੀਤ ਹੋਣ ਤੇ 1 ਖਿਣ ਟਾਈਮ ਬਤੀਤ ਹੁੰਦਾ ਹੈ। ਤੇ ਘੱਟ ਸ਼ਬਦ ਬੋਲਣ ਦੇ ਨਾਲ 2 ਖਿਣ ਲੰਘ ਜਾਂਦੇ ਨੇ। ਕਹਿੰਦੇ ਇੰਨਾ ਸਮਾਂ ਵੀ ਜਿਹੜਾ ਹੈ ਨਾ, ਖਿਣ ਖਿਣ ਪਲ ਵੀ ਪਰਮੇਸ਼ਰ ਜੀ ਦੀ ਬਾਣੀ ਬੋਲੋ। ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪਨੀਤ, ਕਹਾਂ ਬਸਾਸਾ ਦੇਹਗਾ, ਬਿਲਮ ਨ ਕਰੋ ਮੀਤ। ਕਹਿੰਦੇ ਥੋੜੀ ਜਿੰਨੀ ਵੀ ਦੇਰੀ ਨਾ ਕਰ, ਹਰ ਜਪਦਿਆਂ ਖਿਣ ਢਿੱਲ ਨਾ ਕੀਤੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਹਰੀ ਨੂੰ ਜਪਣ ਲੱਗਿਆ ਇੱਕ ਖਿਣ ਮਾਤਰ ਵੀ ਢਿੱਲ ਜਿਹੜੀ ਹੈ ਉਹ ਨਹੀਂ ਕਰਨੀ, ਇੱਕ ਖਿਣ ਮਾਤਰ ਵੀ ਆਲਸ ਨਹੀਂ ਕਰਨਾ। ਕਹਿੰਦੇ ਖਿਣ ਪਲ ਵੀ ਜਪੋ ਰਹਾਓ। ਵਿਸਰਾਮ ਦੇ ਕਰਕੇ ਅੱਗੇ 5ਵੇਂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪਰ ਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ। ਹੇ ਭਾਈ, ਆ ਜਿਹੜਾ ਵਲਛਲ ਕਰਨਾ ਹੈ ਨਾ, ਝੂਠ ਫਰੇਬ ਬੋਲਣੇ, ਇਹ ਛੱਡ ਦਿਓ। ਐਵੇਂ ਬਦੀਆਂ ਕਰਨੀਆਂ, ਗੁਨਾਹ ਕਰਨੇ,
ਇਹਨੂੰ ਛੱਡ ਦਿਓ, ਝੂਠ ਵੀ ਨਾ ਕਦੇ ਬੋਲੋ। ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾਂ ਜੋਲੀਏ। ਕਹਿੰਦੇ ਝੂਠ ਨਾ ਬੋਲੋ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ, ਝੂਠ ਤੋਂ ਗਰੇਜ ਕਰੋ, ਪਰੇ ਹੋ ਜਾਓ, ਪਰਮੇਸ਼ਰ ਜੀ ਦੀ ਬਾਣੀ ਦੇ ਬੋਲ ਬੋਲੋ। ਹੇ ਭਾਈ, ਇਸ ਤਰ੍ਹਾਂ ਜਿਹੜਾ ਹੈ ਤੁਸੀਂ ਸਹਿਜ ਘਰ ਦੇ ਵਿੱਚ ਬੈਠੋਗੇ, ਆਤਮਿਕ ਆਨੰਦ ਦੀ ਜਿਹੜੀ ਪ੍ਰਾਪਤੀ ਕਰ ਲਵੋਗੇ। ਸਤਿਗੁਰ ਮਿਲੋ ਨਵੈ ਨਿਧ ਪਾਵੋ, ਇਨ ਬਿਦ ਤਤ ਬਿਲੋਈ। ਕਹਿੰਦੇ ਸਤਿਗੁਰੂ ਜੀ ਨਾਲ ਮਿਲ ਕਰਕੇ 9 ਨਿਧੀਆਂ ਦੇ ਮਾਲਕ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਵੋ। ਇਸ ਤਰੀਕੇ ਨਾਲ ਸਿਧਾਂਤ ਰੂਪ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਹੈ ਉਹ ਵਿਚਾਰ ਕਰੋ। ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਪਾਈ। ਮੁਖੀ ਗੁਰਾਂ ਦੀ ਅਗਵਾਈ ਹੇਠ ਚੱਲ ਕਰਕੇ ਪਰਮੇਸ਼ਰ ਔਰ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾਵੋ। ਇਸ ਤਰੀਕੇ ਦੇ ਨਾਲ ਅੰਦਰੋਂ ਹਰ ਤਰ੍ਹਾਂ ਦਾ ਭਰਮ ਜਿਹੜਾ ਉਹ ਖਤਮ ਹੋ ਜਾਵੇਗਾ, ਮੁੱਕ ਜਾਵੇਗਾ, ਤੇ ਆਪਣੇ ਆਪ ਨੂੰ ਪਛਾਣ ਲਵੋਗੇ, ਆਪਣੇ ਆਪ ਨੂੰ ਜਾਣਨ ਦਾ ਸਤਿਗੁਰੂ ਜੀ ਸਮਾਂ ਦੇ ਦੇਣਗੇ, ਮਤ ਬਖਸ਼ ਦੇਣਗੇ। ਜਦੋਂ ਸਤਿਗੁਰੂ ਜੀ ਆਪਣੇ ਆਪ ਨੂੰ ਪੜ੍ਹਨ ਦੀ ਸੋਝੀ ਦੇ ਦੇਣ ਨਾ, ਫਿਰ ਬੰਦਾ ਦੂਜਿਆਂ ਦੇ ਗੁਨਾਹ ਨਹੀਂ ਵੇਖਦਾ। ਓਨੀ ਦੇਰ ਤੱਕ ਅਸੀਂ ਦੂਜਿਆਂ ਦੇ ਗੁਨਾਹ ਤੱਕਦੇ ਹਾਂ ਜਿੰਨੀ ਦੇਰ ਤੱਕ ਆਪਣੇ ਆਪ ਬਾਰੇ ਨਹੀਂ ਜਾਣਦੇ। ਮੈਂ ਕੀ ਹਾਂ, ਕਿੰਨੀਆਂ ਗਲਤੀਆਂ ਨੇ। ਦੂਜਿਆਂ ਦੀਆਂ ਗਲਤੀਆਂ ਬੰਦਾ ਬਹੁਤ ਲੱਭਦਾ ਹੈ, ਬਹੁਤ ਐਬ ਦੂਜਿਆਂ ਵਿੱਚ ਤੱਕਦਾ ਹੈ, ਪਰ ਇਨਸਾਨ ਬੇਨਤੀ ਕਰੇ, ਦਾਤਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਸ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਕਹਿਣ ਲੱਗੇ ਆਪਣੇ ਆਪ ਨੂੰ ਜਾਣਨ ਵਾਲੇ ਆਪਣੇ ਜੀਵਨ ਦੀ ਕਿਤਾਬ ਪੜ੍ਹਨ ਦੀ ਸਤਿਗੁਰੂ ਜੀ ਮੱਤ ਦੇ ਦੇਣਗੇ। ਮੁਖੀ ਗੁਰਾਂ ਦੇ ਦੁਆਰਾ ਜਦੋਂ ਪਰਮੇਸ਼ਰ ਜੀ ਦੇ ਨਾਮ ਵਿੱਚ ਲਿਵ ਲਾ ਕਰਕੇ ਭਰਮ ਨੂੰ ਚੁਕਾ ਲਵੋਗੇ। ਨਿਕਟ ਕਰ ਜਾਨੋ ਸਦਾ ਪ੍ਰਭ ਹਾਜ਼ਰ, ਕਿਸ ਸਿਉ ਕਰਹੁ ਬੁਰਾਈ। ਕਹਿੰਦੇ ਜਿਹੜਾ ਪ੍ਰਭੂ ਸਦਾ ਹਾਜ਼ਰ ਨਾਜ਼ਰ ਹੈ ਨਾ, ਜਦੋਂ ਤੁਸੀਂ ਉਹਨੂੰ ਆਪਣੇ ਨੇੜੇ ਤੋਂ ਨੇੜੇ ਸਮਝ ਲਓਗੇ ਨਾ, ਜਾਣ ਲਓਗੇ, ਫਿਰ ਕਦੀ ਵੀ ਕਿਸੇ ਨੂੰ ਬੁਰਾ ਨਹੀਂ ਕਹੋਗੇ, ਕਦੀ ਵੀ ਕਿਸੇ ਦੇ ਨਾਲ ਝਗੜਾ ਨਹੀਂ ਪਾਓਗੇ, ਕਿਉਂਕਿ ਰੱਬ ਹਰ ਥਾਂ ਤੇ ਵੇਖਦਾ ਹੈ। ਆਵੇਗਾ ਨਾ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਹਾ ਭਰਪੂਰ। ਕਹਿੰਦੇ ਉਦੋਂ ਕਿਸੇ ਨੂੰ ਬੁਰਾ ਕਹਿਣ ਵਾਲੀ ਅਕਲ ਜਿਹੜੀ ਹੈ ਉਹ ਨਿਰੰਕਾਰ ਜੀ ਕਿਰਪਾ ਕਰਕੇ ਖਤਮ ਕਰ ਦੇਣਗੇ। ਚੰਗੀ ਮੱਤ ਆਪ ਦੇ ਦੇਣਗੇ, ਭੈੜੀ ਮੱਤ ਮੁਕਾ ਦੇਣਗੇ। ਜਦੋਂ ਵਾਹਿਗੁਰੂ ਨੂੰ ਸਦਾ ਹੀ ਆਪਣੇ ਨੇੜੇ ਸਮਝ ਲਓਗੇ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜ ਮਿਲੇ ਸੁਆਮੀ। ਕਹਿੰਦੇ ਸਤਿਗੁਰੂ ਜੀ ਨਾਲ ਮਿਲਣ ਕਰਕੇ ਨਾ ਭਗਤੀ ਦਾ ਸੁਖਾਲਾ ਰਸਤਾ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਬਖਸ਼ਿਸ਼ ਕਰਕੇ ਦੇ ਦਿੰਦੇ ਨੇ। ਫਿਰ ਭਾਈ ਸਹਿਜ ਅਵਸਥਾ ਜਿਹੜੀ ਉਹ ਸਤਿਗੁਰੂ ਆਪ ਦਿੰਦੇ ਹਨ ਜੀ। ਧੰਨ ਧੰਨ ਸੇ ਜਨ ਜਿਨੀ ਕਲ ਮਹਿ ਹਰ ਪਾਇਆ, ਜਨ ਨਾਨਕ ਸਦ ਕੁਰਬਾਨੀ। ਉਹ ਪੁਰਸ਼ ਧਨ ਹਨ, ਧਨਤਾ ਦੇ ਯੋਗ ਹਨ, ਜਿਨ੍ਹਾਂ ਨੇ ਕਲਯੁਗ ਦੇ ਇਹ ਸਮੇਂ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਤੇ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੀਆਂ ਰਹਿਮਤਾਂ ਨੂੰ ਪ੍ਰਾਪਤ ਕੀਤਾ ਹੈ। ਮੈਂ ਐਸੇ ਪਿਆਰਿਆਂ ਤੋਂ ਆਪਣੇ ਆਪ ਨੂੰ ਵਾਰਨੇ ਫੇਰਨੇ ਕਰਦਾ ਹਾਂ, ਕੁਰਬਾਨ ਜਾਂਦਾ ਹਾਂ। ਸੋ ਇਹ ਪਾਵਨ ਵਿਚਾਰ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕਰਕੇ ਤੁਸ਼ ਬੁੱਧੀ ਅਨੁਸਾਰ ਕਰਨ ਦਾ ਦਾਸ ਨੂੰ ਸੁਭਾਗਾ ਸਮਾਂ ਦਿੱਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਦਾਤਾ ਜੀਆਂ ਦਾ। ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਤੇ ਬੇਨਤੀ ਹੈ ਪਿਆਰ ਸਹਿਤ ਅਰਦਾਸ ਕਰਿਓ। ਸੱਚੇ ਪਾਤਸ਼ਾਹ ਦਰੋਂ ਕਰੋ ਗੁਰਮਤਿ ਅਨੁਸਾਰ
ਜੀਵਨ ਜਿਉਣ ਦਾ ਢੰਗ ਤਰੀਕਾ ਸਿਖਾ ਦਿਓ। ਕਥਾ ਦੀ ਦਾਤ ਬੁੱਧੀ ਰੂਪੀ ਪੱਲੇ ਵਿੱਚ ਪਾ ਦਿਓ। ਭਾਵ ਕਥਾ ਕਰਨ ਦੀ ਜਾਚ ਸਿਖਾ ਦਿਓ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਿੱਖ ਜਗਤ ਦੀ ਸਤਿਕਾਰਯੋਗ ਸ਼ਖਸੀਅਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਹਰਿਮੰਦਰ ਸਾਹਿਬ ਦੇ ਸਭ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ, ਤਿਤੇ ਲਿਓ ਉਬਾਰ। ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸਤਿਗੁਰ ਮਿਲਿਐ ਮਾਰਗ ਮੁਕਤਾ, ਸਹਿਜ ਮਿਲੇ ਸੁਆਮੀ। ਧਨ ਧਨ ਸੇ ਜਨ ਜਿਨਿ ਕਲ ਮਹਿ ਹਰਿ ਪਾਇਆ। ਜਨ ਨਾਨਕ ਸਾਧ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।